थल्ले करो थल्ले 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 पीछे तेरे टेबल है पीछे तेरे टेबल सारा सर साइड पे थोड़ा जिहा पाजी पाजी प्लीज पीछे कर लेना मैं दुकान रिपोर्ट कर फ्रेम आ गया ना ठीक एक का सर्कल वाइज दे रहे जी हाँ जी सर्कल करे रहो आया थे आगे जी मतेवाल वाले आगे जी मतेवाल साहब आओ जी कदों तुरा करना इधर नंबर दे आगे ठीक करन डे ਇੱਥੇ ਕੁਝ ਨਹੀਂ ਹੋਇਆ ਕਰਨ ਡਿਆ ਪਿਆ ਐਡੀ ਵੱਡੀ ਡੇਟ ਪ੍ਰੈਸ ਕਾਨਫਰੰਸ ਨਹੀਂ ਕਟਾ ਕੇ ਹੋਈ ਵੀ ਹੈ ਉਹਨੂੰ ਹੋਰ ਕੋਈ ਲੋੜ ਨਹੀਂ ਕਰਵਾ ਰਹੀ ਹੈ ਇਹ ਤਾਂ ਖਬਰ ਕਰ 25 ਮਿੰਟ बाकी कंसंट्रेटर जाने ने हैं सर्कल वाइज 4 सर्कल दे 4 सर्कल 25 कंसंट्रेटर सर्कल ਕਿਹੜੇ ਕਿਹੜੇ 25 यार 25 यार सर्कल तेरा सारे सर्कल लाइन च लगी पहली लेडी के माइक किया मैं तो चल बाहरों आई लगी वधी काम तो ठीक है पर कुछ इंतजाम तो होना चाहिए बीच में खड़े हेलो सेंटर मजीठे हल्के खोले जा रहे हैं ते तकरीबन 25 बेड का सेंटर है जी। बड़ी खुशी है कि मजीठे साहब ने बड़ी मेहनत करके आ सेंटर बनाया ते इन्होंने घर घर ऑक्सीजन की सेवा शुरू कर दी है पीछे रह रही है जी क्योंकि संस्था अगे वध के आ रही है जी अगे करेंगे यार आता तरीका ही गलत है पौड़ी देखेंगे किधर चलो ठीक हो गया बस कॉन्फ्रेंस शुरू हो जा रही है उधर उधर पर माइक पर आप यार ਕਿੱਥੇ ਆ
ਵੀ ਟੋਟਲ ਕਨਸੈਂਟਰੇਟਰਸ ਆਪਾਂ ਇੱਥੇ ਲਾਏ ਆ 15 ਐਂਡ ਉਹਨੇ 15 ਸਰਕਲ ਵਾਲੀ 5 15 ਐਂਡ ਉਹ ਗਰੇਵਾਲ ਨੇ ਦਿੱਤੇ ਆ 20 ਠੀਕ ਹੈ ਸ਼ੁਰੂ ਕਰ ਲਓ। ਮੈਂ ਕਰਦਾ ਜੀ भाजी आप तो एलईडी ला लो सर अपने कैमरे में ਕਰ ਲਈਏ ਜੀ ਸ਼ੁਰੂ। ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਾਬਾ ਬੁੱਢਾ ਜੀ ਦੇ ਜਨਮ ਸਥਾਨ ਕੱਥੂ ਨੰਗਲ ਸਾਹਿਬ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬਾ ਬੀਬੀ ਜਗੀਰ ਕੌਰ ਜੀ, ਸਤਿਕਾਰਯੋਗ ਸਾਡੇ ਸੀਨੀਅਰ ਮੀਤ ਪ੍ਰਧਾਨ ਸਾਧ ਸੁਰਜੀਤ ਸਿੰਘ ਜੀ ਪਿੱਟੇਵਿਟ ਸਾਹਿਬ, ਸਤਿਕਾਰਯੋਗ ਸਾਡੇ ਭਗਵੰਤਪਾਲ ਸਿੰਘ ਸਿਆਲਕਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇਦਾਰ ਸਾਹਿਬਾਨ, ਸਾਡੇ ਜੋਤ ਸਿੰਘ ਜੀ ਸਮਰਾ ਸਾਹਿਬ, ਸਪਾਰੀਵਿੰਡ ਸਾਹਿਬ, ਸਤਿਕਾਰਯੋਗ MLA ਸਾਹਿਬ ਵਰਿਆਮ ਨੰਗਲ ਜੀ, ਸਾਰਿਆਂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਤੀ ਧੰਨਵਾਦੀ ਹਾਂ ਪਹਿਲਾਂ ਤਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਕੋਲ ਇੱਥੇ ਇੱਕ ਬਿਲਡਿੰਗ ਪਈ ਸੀ ਜਿਹੜੀ ਕਿਸੇ ਦੀ ਯੂਜ਼ 'ਚ ਨਹੀਂ ਸੀ, ਇੱਕ ਤਰੀਕੇ ਦੀ ਖਾਲੀ ਪਈ ਸੀ ਔਰ ਸਾਡੇ ਇਲਾਕੇ ਦੀ ਬਹੁਤ ਵੱਡੀ ਲੋੜ ਸੀ। ਤੁਸੀਂ ਹੈਰਾਨ ਹੋਵੋਗੇ ਕਿ ਮਜੀਠੇ ਵੀ ਇੱਕ ਹਸਪਤਾਲ ਹੈ ਸਰਕਾਰੀ, ਮਗਰ ਉੱਥੇ ਕੋਈ ਕੋਵਿਡ ਕੇਅਰ ਵਾਸਤੇ ਕੋਈ ਫੈਸਿਲਿਟੀ ਨਹੀਂ। ਫਿਰ ਚਵਿੰਡਾ ਦੇਵੀ ਕੱਥੂ ਨੰਗਲ ਇੱਕ ਪਿੰਡ ਸਾਂਝਾ ਪੈਂਦਾ, ਉੱਥੇ ਵੀ ਇੱਕ ਸਰਕਾਰੀ ਹਸਪਤਾਲ ਹੈ, ਮਗਰ ਕੋਵਿਡ ਦੀ ਕੋਈ ਫੈਸਿਲਿਟੀ ਨਹੀਂ। ਇਸੇ ਤਰ੍ਹਾਂ ਇੱਥੋਂ 3 4 5 ਕਿਲੋਮੀਟਰ ਤੇ ਥਰੀਏਵਾਲ ਹੈ, ਉੱਥੇ ਵੀ ਕੋਈ ਕੋਵਿਡ ਦੀ ਫੈਸਿਲਿਟੀ ਨਹੀਂ। ਪਿੰਡ ਮੱਤੇਵਾਲ ਹੈ, ਬੜਾ ਵੱਡਾ ਪਿੰਡ ਹੈ, ਤਰਸਿੱਕਾ, ਇੱਥੇ ਸਾਰੀ ਜਗ੍ਹਾ 'ਚ ਸਰਕਾਰੀ ਹਸਪਤਾਲ ਨੇ, ਮਗਰ ਇੱਕ ਵੀ ਟਾਲੀ ਸਾਹਿਬ ਵੀ ਹੈ, ਮਗਰ ਇੱਕ ਵੀ ਕੋਵਿਡ ਵਾਸਤੇ ਨਾਟ ਈਵਨ 1 ਬੈੱਡ। ਔਰ ਲੋਕਾਂ ਨੂੰ ਬੜੀ ਮੁਸ਼ਕਲਾਂ ਆ ਰਹੀਆਂ ਸੀ। ਜਾਂ ਤਾਂ ਉਹ ਜਾਂਦੇ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਸਰਕਾਰੀ ਹਸਪਤਾਲ ਤੇ ਜਾਂ ਜਾਂਦੇ ਸੀ ਜਿਹੜਾ SGRD ਦਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ ਤੇ ਵੱਲੇ ਜਿਹੜਾ ਹਸਪਤਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਉੱਥੇ, ਤੇ ਜਾਂ ਲੋਕੀ ਫਸ ਜਾਂਦੇ ਸੀ ਪ੍ਰਾਈਵੇਟ ਹਸਪਤਾਲਾਂ 'ਚ। ਕੁਛ ਪ੍ਰਾਈਵੇਟ ਹਸਪਤਾਲ ਤਾਂ ਬਹੁਤ ਚੰਗਾ ਕਰ ਰਹੇ ਆ, ਮੈਂ ਉਹਨਾਂ ਦੀ ਸ਼ਲਾਘਾ ਕਰਦਾ, ਮਗਰ ਕਈ ਹਸਪਤਾਲ ਸ਼ਾਇਦ ਇੱਥੇ ਉਹ ਪਰਿਵਾਰ ਸਾਡਾ ਆਇਆ ਵੀ ਹੈ, ਇੱਧਰ ਆ ਜਾਓ, ਮਗਰ ਜਿਨ੍ਹਾਂ ਨੂੰ ਆਪਦੇ ਬਜ਼ੁਰਗਾਂ ਨੂੰ ਇਹਨਾਂ ਨੇ ਦਾਖਲ ਕਰਾਇਆ ਅਮਨਦੀਪ ਹਸਪਤਾਲ ਔਰ 21 ਲੱਖ ਰੁਪਈਆ ਉਹਨਾਂ ਤੋਂ ਬਿੱਲ ਬਣਾ ਕੇ ਉਹ ਬਹੁਤ ਵੱਡੀ ਲੁੱਟ ਖੋਹ ਹੋਈ। ਔਰ ਤੁਸੀਂ ਅਖਬਾਰ ਵਾਲਿਆਂ ਨੇ ਵੀ ਲਿਖਿਆ ਕਿਸੇ 9 ਲੱਖ 10 ਲੱਖ ਆ ਪਰਿਵਾਰ ਆਏ ਆ ਔਰ ਇਹਨਾਂ ਦੇ ਬਜ਼ੁਰਗਾਂ ਦੀ ਮੁੜ ਕੇ ਬਾਲ ਸਾਹਿਬ ਪਿੱਛੇ ਖੜੇ ਉਹਨਾਂ ਦੀ ਡੈਥ ਹੋ ਗਈ ਜੀ। ਔਰ ਬਹੁਤ ਹੀ ਨਫੀਸ ਵਧੀਆ ਪਰਿਵਾਰ, ਸਾਰਾ ਕੁਝ ਹੀ ਉਹਨਾਂ ਨੂੰ ਆਪਣਾ ਵੇਚ ਵੱਟ ਕੇ ਇਲਾਜ ਕਰਾਉਣਾ ਪਿਆ। ਇਸ ਤਰੀਕੇ ਦੇ ਕਈ ਹਸਪਤਾਲ ਜਿਨ੍ਹਾਂ ਨੇ ਲੁੱਟ ਖੋਹ ਕੀਤੀ ਹੋਈ ਆ, ਉਹ ਅੱਜ ਮੈਂ ਸਮਝਦਾ ਜਿਹੜੀ ਇਹ ਫੈਸਿਲਿਟੀ ਤੁਸੀਂ ਇੱਥੇ ਬਣਾਈ ਹੈ, ਅਸੀਂ ਸਾਰੇ ਮਾਝੇ ਵਾਲੇ ਇਹ ਇਲਾਕੇ ਦੇ ਲੋਕ, ਮਜੀਠੇ ਹਲਕੇ ਦੇ ਸਾਰੇ ਵਸਨੀਕ, ਔਰ ਵੱਡੀ ਗੱਲ ਜਿਹੜੀ ਬਾਬਾ ਬੁੱਢਾ ਜੀ ਦੇ ਜਨਮ ਸਥਾਨ ਕੱਥੂ ਨੰਗਲ ਸਾਹਿਬ ਤੇ ਜਿੱਥੇ ਇਹ ਸੇਵਾ ਤੁਸੀਂ ਆਰੰਭ ਕੀਤੀ ਹੈ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ। ਮੈਂ ਬੜਾ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਡਾਕਟਰ ਗਰੇਵਾਲ ਸਾਹਿਬ, ਮੇਰੇ ਕਲਾਸ ਫੈਲੋ ਵੀ ਨੇ ਜਿਨ੍ਹਾਂ ਨੇ, ਔਰ ਮਿਸਟਰ ਸਿੱਧੂ ਜੀ ਜਿਨ੍ਹਾਂ ਨੇ 20 ਆਕਸੀਜਨ ਜਿਹੜੇ ਕਨਸੈਂਟਰੇਟਰ ਨੇ ਉਹਨਾਂ ਨੇ ਡੋਨੇਟ ਕੀਤੇ, ਕਿਉਂਕਿ ਅਸੀਂ ਫੈਸਿਲਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਵਾਈਡ ਕਰ ਰਹੀ ਹੈ, ਮਗਰ ਜਿੰਨਾ ਵੀ ਜਿਹੜਾ ਕਨਸੈਂਟਰੇਟਰ ਦਾ ਕੰਮ ਹੈ ਉਹ ਇਹਨਾਂ ਨੇ ਡੋਨੇਟ ਕੀਤੇ। ਤੇ ਕੁਝ ਸਾਡੇ ਸੱਜਣ ਹਲਕੇ ਵਾਲਿਆਂ ਨੇ ਤੇ ਕੁਝ ਜਿਹੜੇ ਬਾਹਰ ਦੁਬਈ 'ਚ ਰਹਿੰਦੇ ਆ, ਜਿਹੜੇ ਇਸ ਆਪਦਾ ਦੇ ਵੇਲੇ, ਇਸ ਔਖੇ ਵੇਲੇ ਜਿੱਥੇ ਸਰਕਾਰ ਪੰਜਾਬ ਦੀ ਬੁਰੀ ਤਰ੍ਹਾਂ ਫੇਲ ਹੋ ਗਈ ਹੈ, ਸੈਂਟਰ ਦੀ ਸਰਕਾਰ ਫੇਲ ਹੋ ਗਈ ਹੈ, ਮਦਦ ਕਰਨ ਵਾਸਤੇ ਸਾਹਮਣੇ ਆਏ ਆ। ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਸਮੁੱਚੇ ਮਜੀਠੇ ਹਲਕੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਜਿਹੜੀ 2 ਫੈਸਿਲਿਟੀ ਸ਼ੁਰੂ ਕੀਤੀਆਂ ਬਾਲ ਸਾਹਿਬ, ਅਸੀਂ ਦੋਵੇਂ ਕੰਮ ਜਿਹੜੇ ਤੁਹਾਡੇ ਹੁਕਮ ਸੀ
ਕਿ ਜੇ ਇਹਦੇ ਨਾਲ ਲੋਕਾਂ ਦੀ ਬੜੀ ਵੱਡੀ ਮਦਦ ਹੋ ਸਕਦੀ ਆ। ਇੱਕ ਤਾਂ ਅਸੀਂ ਕੀਤਾ ਜੀ ਇੱਥੇ 25 ਬੈੱਡ ਬਣਾਏ ਆ, ਜਿਹਦੇ 'ਚ 15 ਅਸੀਂ ਕਨਸੈਂਟਰੇਟਰ ਇੱਥੇ ਦਿੱਤੇ ਆ, ਜਿੱਥੇ ਉਹਨਾਂ ਨੂੰ ਜਿਨ੍ਹਾਂ ਨੂੰ ਆਕਸੀਜਨ ਦੀ ਲੋੜ ਹੋਊਗੀ ਉਹ ਇੱਥੇ ਮਿਲ ਸਕਦੀ ਹੈ, ਜਿਹੜਾ ਪ੍ਰਾਇਮਰੀ ਕੇਅਰ ਇੱਕ ਤਰੀਕੇ ਦਾ ਹੁੰਦਾ ਲੈਵਲ 1। ਔਰ ਨਾਲ ਹੀ ਇਕਾਂਤਵਾਸ, ਕਿਉਂਕਿ ਗਰੀਬ ਲੋਕ ਨੇ ਜੀ, ਕਈ ਵਾਰੀ ਘਰ 'ਚ ਜਗ੍ਹਾ ਨਹੀਂ ਹੁੰਦੀ, ਇੱਥੇ ਇਕਾਂਤਵਾਸ ਦੀ ਵੀ ਜਗ੍ਹਾ ਬਣਾਈ ਹੈ ਕਿ ਆਪ ਦਾ ਇਕਾਂਤਵਾਸ ਵੀ ਜੇ ਕਿਸੇ ਨੇ ਕਰਨਾ ਆ ਕੇ ਇੱਥੇ ਕਰ ਸਕਦਾ। ਔਰ ਨਾਲ ਹੀ ਇੱਥੇ ਵਧੀਆ ਬਾਕੀ ਇੱਕ ਟੀਵੀ ਵੀ ਲਾਇਆ, ਹੋਰ ਸਹੂਲਤਾਂ ਵੀ ਦਿੱਤੀਆਂ ਕਿ ਕੋਈ ਇਹੋ ਜਿਹਾ ਮਹਿਸੂਸ ਨਾ ਕਰੇ, ਕਿਉਂਕਿ ਡਿਪਰੈਸ਼ਨ ਦੇ ਕਈ ਸ਼ਿਕਾਰ ਹੋ ਜਾਂਦੇ ਜਦ ਆਪਦੇ ਪਰਿਵਾਰ ਵਾਲਿਆਂ ਤੋਂ ਦੂਰ ਹੋ ਜਾਂਦੇ। ਇਸ ਲਈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਰਿਵਾਰਕ ਮਾਹੌਲ ਇੱਥੇ ਮਿਲੇ, ਹੌਸਲਾ ਅਫਜ਼ਾਈ ਇੱਕ ਦੂਜੇ ਦੀ ਕਰਨ, ਔਰ ਇਸ ਮਹਾਮਾਰੀ ਦੇ ਖਿਲਾਫ ਲੜਨ 'ਚ ਆਪ ਦਾ ਸਾਰੇ ਰਲ ਮਿਲ ਕੇ ਵੱਡਾ ਯੋਗਦਾਨ ਪਾਈਏ। ਸੋ ਤੁਹਾਡੀ ਗਾਈਡੈਂਸ ਹੇਠ ਇੱਕ ਤਾਂ ਇਹ ਫੈਸਿਲਿਟੀ ਇੱਥੇ 25 ਬੈੱਡ ਦੀ, ਨਾਲ ਹੀ ਅਸੀਂ ਆਪ ਦੇ ਜਿੰਨੇ ਸਰਕਲ ਨੇ ਮੇਨ ਮਜੀਠਾ ਉੱਥੇ 5 ਕਨਸੈਂਟਰੇਟਰ ਦਿੱਤੇ ਆ, ਜਿੱਥੇ ਕਿਸੇ ਨੂੰ ਲੋੜ ਹੋਵੇ ਉਹਦੀ ਆਕਸੀਜਨ ਸੇਵਾ ਘਰ ਤੱਕ ਜਾਇਆ ਕਰੂਗੀ, ਉਹਨਾਂ ਨੂੰ ਅਸੀਂ ਕਨਸੈਂਟਰੇਟਰ ਦਿਆ ਕਰਾਂਗੇ। ਜਦੋਂ ਠੀਕ ਹੋ ਗਿਆ ਉਸ ਤੋਂ ਵਾਪਸ ਲੈ ਕੇ ਅਗਲੀ ਥਾਂ ਦੇਵਾਂਗੇ। 5 ਮਜੀਠੇ, 5 ਇੱਥੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਜੀ ਇੱਥੇ ਧਰਤੀ ਤੋਂ ਸੇਵਾ ਚੱਲੂਗੀ, ਤੇ 5 ਮੱਤੇਵਾਲ ਜਿਹੜਾ ਸਾਡੇ ਸਾਬਕਾ ਐਡਵੋਕੇਟ ਜਨਰਲ ਸਾਹਿਬ ਹੈ ਜਿਹੜੇ ਉਸ ਨਗਰ ਨਾਲ ਸੰਬੰਧਿਤ ਹੈ, ਉੱਥੇ ਅਸੀਂ 5 ਦਿੱਤੇ। ਸੋ 15 ਕਨਸੈਂਟਰੇਟਰ ਦੀ ਹੋਮ ਸੇਵਾ, ਘਰ ਦੀ ਸੇਵਾ ਇਹ ਸਰਕਲ ਵਾਈਜ਼ ਚੱਲੂਗੀ, ਬਾਕੀ 25 ਬੈੱਡ ਦਾ ਇੱਥੇ ਚੱਲੂਗਾ। ਮੈਂ ਬੜਾ ਧੰਨਵਾਦੀ ਹਾਂ ਬੀਬੀ ਜੀ ਤੁਹਾਡਾ ਕਿ ਤੁਸੀਂ ਸਾਰੀ ਜਿਹੜੇ ਡਾਕਟਰਾਂ ਦੇ, ਕੁਝ ਡਾਕਟਰ ਤੁਹਾਡੇ ਵੱਲੋਂ, ਨਰਸ ਵੀ ਇੱਥੇ ਜਿਹੜੇ ਹੈਲਥ ਕੇਅਰ ਵਾਸਤੇ ਪ੍ਰੋਵਾਈਡ ਤੁਸੀਂ ਕੀਤੇ। ਨਾਲ ਅਸੀਂ ਇੱਕ ਪ੍ਰਾਈਵੇਟ ਡਾਕਟਰਾਂ ਦੀ ਵੀ ਟੀਮ ਬਣਾਈ ਹੈ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ ਹੈ, ਸਾਡੇ ਹਲਕੇ ਨਾਲ ਸੰਬੰਧਿਤ ਹੈ। ਇੱਕ ਗਰੁੱਪ ਬਣਾਇਆ ਕਿ ਜੇ ਵੀ ਜਿਸ ਤਰ੍ਹਾਂ ਕਿਸੇ ਨੂੰ ਲੋੜ ਪਵੇ ਉਸ ਗਰੁੱਪ 'ਚ ਸਲਾਹ ਦੇ ਕੇ ਜਿਹੜਾ ਪੇਸ਼ੈਂਟ ਹੈ ਉਹਦੀ ਤੰਦਰੁਸਤੀ ਵਾਸਤੇ ਅਸੀਂ ਸੇਵਾ ਕਰ ਸਕੀਏ। ਇਸੇ ਤਰ੍ਹਾਂ ਮੈਂ ਅੱਜ ਬਾਲ ਸਾਹਿਬ ਤੁਹਾਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ, ਤੁਸੀਂ ਅੱਜ ਬੀਬੀ ਜੀ ਤੇ ਤੁਹਾਡੀ ਸਾਰੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਹੈ ਕਿ ਅੱਜ ਜਿਹੜਾ ਭਾਵੇਂ ਸਰਕਾਰ ਦੀ ਵੈਕਸੀਨ ਮੁੱਕ ਗਈ ਰਾਤ ਨੂੰ, ਮਗਰ ਅੱਜ ਤੁਹਾਨੂੰ ਵਧਾਈ ਹੈ ਕਿ ਤੁਸੀਂ ਵੈਕਸੀਨੇਸ਼ਨ ਪ੍ਰੋਗਰਾਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਜਿਹੜਾ ਸ਼ੁਰੂ ਕੀਤਾ, ਜਿੱਥੇ ਹਮੇਸ਼ਾ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਸੰਗਤਾਂ ਤੇ ਰੱਖੀ ਔਰ ਇਹ ਵੀ ਬੜੀ ਵੱਡੀ ਲੋੜ ਸੀ ਸਮੇਂ ਦੀ। ਅੱਜ ਉਹ ਸ਼ੁਰੂਆਤ ਕੀਤੀ ਹੈ। ਮੈਂ ਤਾਂ ਬੇਨਤੀ ਕਰੂੰਗਾ ਕਿ ਇੱਕ ਕੈਂਪ ਇੱਥੇ ਬਾਬਾ ਬੁੱਢਾ ਜੀ ਦੀ ਧਰਤੀ ਤੇ ਵੀ ਕੱਥੂ ਨੰਗਲ ਸਾਹਿਬ ਜ਼ਰੂਰ ਲਾਇਓ। ਇਸ ਲਈ ਮੈਂ ਲੰਮਾ ਚੌੜਾ ਨਾ ਕੋਈ ਗੱਲ ਹੋਰ ਕਰਦਾ ਹੋਇਆ ਇਸ ਗੱਲ ਦੀ ਵਧਾਈ ਦਿੰਦਾ ਬਾਲ ਸਾਹਿਬ। ਔਰ ਮੈਂ ਇਸ ਮੌਕੇ ਤੇ ਅਸ਼ਵਨੀ ਸ਼ੇਕੜੀ ਜੀ ਦਾ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿਉਂਕਿ ਮੇਰੇ ਗਵਾਂਢੀ ਹਲਕੇ ਤੋਂ ਨੇ ਔਰ ਉਹਨਾਂ ਨੇ, ਮੈਂ ਜਿਹੜੇ ਲੋਕ ਸਿਆਸਤ ਤੋਂ ਉੱਤੇ ਉੱਠ ਕੇ, ਅੱਜ ਸਮਾਂ ਪੋਲਿਟਿਕਸ ਦਾ ਨਹੀਂ, ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਤੁਸੀਂ ਇਹ ਗੱਲ ਪਹਿਲਾਂ ਵੀ ਕਹੀ ਸੀ ਮਗਰ ਇਸ ਗੱਲ ਨੂੰ ਮੌਜੂਦਾ ਸਰਕਾਰ ਨੇ, ਹੁਕਮਰਾਨ ਨੇ ਗੋਲਿਆ ਨਹੀਂ। ਮਗਰ ਕੁਝ ਲੋਕ ਹਲੇ ਵੀ ਕਾਂਗਰਸ 'ਚ ਇਹ ਜਿਹੇ ਚੰਗੀ ਸੋਚਦੇ ਨੇ ਜਿਹੜੇ ਸਮਝਦੇ ਕਿ ਸਾਨੂੰ ਸਭ ਨੂੰ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਮਿਲਾ ਕੇ ਲੋਕਾਂ ਦੀ ਮਦਦ 'ਚ ਆ ਕੇ ਖਲੋਣਾ ਚਾਹੀਦਾ ਤੇ ਇਸ ਮੌਕੇ ਤੇ ਪੋਲਿਟਿਕਸ ਨਹੀਂ ਮਗਰ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਆਪਦੀ ਡਿਊਟੀ ਨਿਭਾਉਣੀ ਚਾਹੀਦੀ ਹੈ। ਇਸ ਲਈ ਸਾਡੇ ਗੁਆਂਢੀ ਹਲਕੇ 'ਚ ਅਸੀਂ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ, ਸੰਪਰਕ ਕਰਾਂਗੇ, ਜੇ ਸਾਡੇ ਵੱਲੋਂ ਕੋਈ ਲੋੜ ਹੋਈ ਆ, ਉਹਨਾਂ ਦੇ ਪੇਸ਼ੈਂਟਸ ਨੂੰ ਕਿਸੇ ਤਰੀਕੇ ਦੀ ਲੋੜ ਹੋਈ, ਅਸੀਂ ਉਹ ਵੀ ਕਰਨ ਨੂੰ ਤਿਆਰ ਹੈ। ਇਹ ਸੈਂਟਰ ਸਾਰਿਆਂ ਵਾਸਤੇ ਹੈ, ਮਨੁੱਖਤਾ ਦੇ ਭਲੇ ਵਾਸਤੇ ਹੈ। ਗੁਰੂ ਕਿਰਪਾ ਕਰੇ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਇਸ ਪ੍ਰੋਗਰਾਮ ਦੀ ਆਗਾਜ਼ ਕੀਤਾ। ਆਉਣ ਵਾਲੇ ਸਮੇਂ 'ਚ ਸਾਰੇ ਇੱਥੋਂ ਤੰਦਰੁਸਤ ਹੋ ਕੇ ਜਾਣ ਤੇ ਆਪਣੇ ਪਰਿਵਾਰਾਂ 'ਚ ਸੁੱਖ ਸ਼ਾਂਤੀ ਨਾਲ ਰਹਿਣ। ਮੈਂ ਸਤਿਕਾਰਯੋਗ ਬੀਬੀ ਜੀ ਦਾ, ਪਿੱਟੇਵਿਟ ਸਾਹਿਬ ਦਾ, ਸਿਆਲਕਾ ਜੀ ਦਾ, ਸਮਰਾ ਜੀ ਦਾ, ਸਾਰੇ SGPC ਮੈਂਬਰ ਸਾਹਿਬਾਨਾਂ ਦਾ, ਸਾਡੇ ਸਤਿਕਾਰਯੋਗ ਬਾਵਾ ਸਿੰਘ ਜੀ ਗੁਮਾਨਪੁਰਾ ਸਾਹਿਬ, ਸਤਿਕਾਰਯੋਗ ਖਾਪੜਖੇੜੀ ਸਾਹਿਬ, ਨਾਲ ਹੀ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਹਰਜਾਪ ਸਿੰਘ ਜੀ, ਸਤਿਕਾਰਯੋਗ ਸਾਡੇ ਮਹਿਤਾ ਜੀ, ਸਾਰੇ ਸੌਰੀ ਜੇ ਕਿਸੇ ਦਾ ਨਾਂ ਰਹਿ ਜਾਏ, ਸਾਡੀ ਸਾਰੀ ਟੀਮ ਵੱਲੋਂ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਤੁਹਾਡਾ ਧੰਨਵਾਦ ਕਰੋ ਬੀਬੀ ਜੀ, ਸਤਿਕਾਰਯੋਗ ਬੀਬੀ ਜੀ ਨੂੰ। ਚਲੋ ਇਹੀ ਬਾਤ ਕੋਈ ਨਾ ਕੋਈ ਨਾ ਚਲਾ ਲਓ। ਅੱਜ ਸੰਸਾਰ ਦੇ ਕੋਨੇ-ਕੋਨੇ ਵਿੱਚ ਸਭ ਤੋਂ ਵੱਡੀ ਦੁਹਾਈ ਜਿਹੜੀ ਹੈ ਕਰੋਨਾ ਮਹਾਮਾਰੀ ਦੀ। ਦੇਸ਼ ਹਿੰਦੁਸਤਾਨ ਦੇ ਵਿੱਚ ਵੀ ਬਹੁਤ ਵੱਡੀ ਆਫਤ ਆਈ, ਪੰਜਾਬ ਸਟੇਟ ਦੇ ਵਿੱਚ ਵੀ ਹਾਹਾਕਾਰ ਮਚੀ।
ਜਦੋਂ ਬਹੁਤ ਵੱਡਾ ਜ਼ੋਰ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਤੇ ਪੂਰੀ ਕੋਰ ਕਮੇਟੀ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਤੇ ਬਾਕੀ ਸਾਰਿਆਂ ਨੇ ਸਲਾਹ ਬਣਾ ਕੇ ਸਾਨੂੰ ਹੁਕਮ ਲਾਇਆ ਸ਼੍ਰੋਮਣੀ ਕਮੇਟੀ ਨੂੰ ਕਿ ਕਿਸੇ ਢੰਗ ਦੇ ਨਾਲ ਇਸ ਕਰੋਨਾ ਮਹਾਮਾਰੀ ਦੇ ਵਿੱਚ ਜੋ ਵੀ ਮਦਦ ਕੀਤੀ ਜਾ ਸਕਦੀ ਮਨੁੱਖਤਾ ਦੀ ਉਹ ਕਰੋ। ਅਸੀਂ ਆ ਕੇ ਡਾਕਟਰ ਸਾਹਿਬਾਨਾਂ ਦੀ ਟੀਮ ਇਕੱਠੀ ਕੀਤੀ, ਉਸੇ ਦਿਨ ਹੀ ਇਹ ਸਲਾਹ ਬਣਾਈ ਕਿ ਕਿਸੇ ਢੰਗ ਨਾਲ ਆਪਾਂ ਸੈਂਟਰ ਖੋਲ ਕੇ ਤਾਂ ਉਹ ਢੰਗ ਦੀ ਸੇਵਾ ਕਰੀਏ ਜਿਹੜੀ ਸਾਨੂੰ ਬਾਅਦ ਵਿੱਚ ਔਖਾ ਨਾ ਹੋਵੇ, ਕਿਉਂਕਿ ਆਕਸੀਜਨ ਸਿਲੰਡਰ ਮਿਲਣੇ ਔਖੇ ਸਨ, ਵੈਂਟੀਲੇਟਰ ਆਈਸੀਯੂ ਤੋਂ ਬਿਨਾਂ ਲੱਗ ਨਹੀਂ ਸੀ ਸਕਦੇ, ਘਰ ਤੋਂ ਜਿਹੜਾ ਹਸਪਤਾਲ ਤੱਕ ਜਾਣਾ ਲੋਕਾਂ ਦਾ ਬੜਾ ਔਖਾ ਸੀ, ਇਹ ਡਰਦੇ ਨਹੀਂ ਸੀ ਜਾਂਦੇ। ਜਿਸ ਤਰ੍ਹਾਂ ਮਜੀਠੀਆ ਸਾਹਿਬ ਦੱਸ ਰਹੇ ਸਨ ਕਿ ਲੋਕ ਕਰਜ਼ਾਈ ਹੋ ਕੇ ਨਿਕਲਦੇ ਆ, ਘਰ ਵੇਚ ਕੇ ਇਲਾਜ ਕਰਾਉਂਦੇ ਆ, ਫਿਰ ਵੀ ਲਾਸ਼ਾਂ ਲੈ ਕੇ ਆ ਜਾਂਦੇ ਆ। ਬੜੀ ਦਰਦ ਭਰੀ ਕਹਾਣੀ ਦੱਸ ਰਹੇ ਸਨ ਕਿ 21 ਲੱਖ ਲਾ ਕੇ ਵੀ ਫਿਰ ਲਾਸ਼ ਲੈ ਕੇ ਘਰ ਨੂੰ ਆ ਗਏ। ਇਹ ਹਾਲਾਤ ਅੱਜ ਬੜੇ ਹਸਪਤਾਲਾਂ 'ਚ ਹੋਇਆ ਤੇ ਸਰਕਾਰ ਵੱਲੋਂ ਇਹ ਫੇਲੂਅਰ ਦੱਸਿਆ ਗਿਆ। ਜਿਸ ਤਰ੍ਹਾਂ ਮਜੀਠੀਆ ਸਾਹਿਬ ਨੇ ਦੱਸਿਆ ਵੀ ਕਿਤੇ ਕੋਈ ਵੈਂਟੀਲੇਟਰ ਨਹੀਂ, ਕਿਤੇ ਕੋਈ ਬੈੱਡ ਨਹੀਂ, ਕਿਤੇ ਕੋਈ ਡਾਕਟਰ ਨਹੀਂ, ਕਿਸੇ ਹਸਪਤਾਲ ਦੇ ਵਿੱਚ ਕੋਈ ਸਹੂਲਤ ਨਹੀਂ। ਜਦੋਂ ਅਸੀਂ ਇਹ ਸਾਰੀ ਸਲਾਹ ਕੀਤੀ ਤਾਂ ਫਿਰ ਇਹ ਮਹਿਸੂਸ ਕੀਤਾ ਕਿ ਆਪਾਂ ਚੁਣੀਏ ਕਿਹੜੀਆਂ ਥਾਵਾਂ। ਇਹ ਗੁਰੂ ਘਰ ਕਿਉਂ ਚੁਣੇ ਹੈ? ਉਹਦਾ ਮਤਲਬ ਸੀ ਇੱਕ ਤੇ ਸਰਬ ਰੋਗ ਕਾ ਔਖਦ ਨਾਮ, ਇੱਕ ਤੇ ਗੁਰੂ ਪਾਤਸ਼ਾਹ ਦੀ ਬਾਣੀ ਚੱਲਦੀ ਹੈ, ਹਰ ਇੱਕ ਦੇ ਕੰਨ 'ਚ ਪੈਂਦੀ ਹੈ, ਹਰ ਇੱਕ ਦੇ ਹਿਰਦੇ 'ਚ ਵਸਦੀ ਹੈ ਤੇ ਪੋਜ਼ਿਟਿਵਿਟੀ ਉਹਦੇ ਮਨ 'ਚ ਆਉਂਦੀ ਹੈ। ਦੂਸਰੀ ਗੱਲ ਕਿ ਗੁਰੂ ਕੇ ਲੰਗਰ ਜਿਹੜੇ ਉਹ 'ਚ ਇੰਨੀ ਬਰਕਤ ਹੈ ਕਿ ਇੱਕ ਕਣਕਾ ਵੀ ਛਕ ਲਈਏ ਤਾਂ ਉਹਦੇ ਨਾਲ ਵੀ ਸਾਡਾ ਸਰੀਰ ਜਿਹੜਾ ਅਰੋਗ ਹੋ ਜਾਂਦਾ ਹੈ। ਸੋ ਅੱਜ ਸੋਹਣੇ ਪ੍ਰਬੰਧ ਲੰਗਰਾਂ ਦੇ ਕੀਤੇ ਗਏ, ਦਵਾਈਆਂ ਦੇ ਕੀਤੇ ਗਏ, ਡਾਕਟਰਸ ਐਫੀਸ਼ੀਐਂਟ ਲਾਏ ਗਏ। ਧੰਨ ਗੁਰੂ ਰਾਮਦਾਸ ਜੀ ਦੇ ਹਸਪਤਾਲ ਦੇ ਸਾਰੇ ਡਾਕਟਰਸ ਨਰਸ ਸਟਾਫ ਲੱਗੇ। ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਸ਼ੁਰੂਆਤ ਕੀਤਾ, ਮੈਂ ਧੰਨਵਾਦ ਕਰਦੀ ਹਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਜੀ, ਵਿਕਰਮ ਸਿੰਘ ਜੀ ਮਜੀਠੀਆ ਸਾਹਿਬ, ਪੂਰੀ ਕੋਰ ਕਮੇਟੀ ਦਾ, ਕਿ ਇਹਨਾਂ ਨੇ ਕੋਰ ਕਮੇਟੀ 'ਚ ਫੈਸਲਾ ਹੀ ਕਰ ਦਿੱਤਾ ਕਿ ਆਪਾਂ ਸਾਰੇ ਪੰਜਾਬ ਦੇ ਵਿੱਚ ਹੀ ਘੁੰਮ ਜਾਈਏ। ਸਾਰੇ ਪੰਜਾਬ ਦੇ ਵਿੱਚ ਇਹ ਕਨਸੈਂਟਰੇਟਰ ਜਿਹੜੇ ਆ ਅਸੀਂ ਥਾਂ ਥਾਂ ਤੇ ਰੱਖ ਕੇ ਸੇਵਾ ਕਰੀਏ। ਬਾਦਲ ਸਾਹਿਬ ਤੁਸੀਂ ਬੜੀ ਵੱਡੀ ਸੋਚ ਅੱਜ ਪਾਰਟੀ ਦਿੱਤੀ ਹੈ, ਤੁਹਾਡਾ ਜਿੱਥੇ ਧੰਨਵਾਦ ਹੈ ਉੱਥੇ ਮੈਂ ਇਸ ਗੱਲ ਤੇ ਵੀ ਧੰਨਵਾਦੀ ਹਾਂ ਕਿ ਜਦੋਂ ਸਾਨੂੰ ਵੀ ਲੋੜ ਪੈਂਦੀ ਹੈ ਤੁਸੀਂ ਇੱਕਦਮ ਕਦੇ 100 ਕਦੇ 50 ਲਿਆ ਕੇ ਦਿੰਦੇ ਹੋ। ਜਿੱਥੇ ਸਾਨੂੰ ਕੈਨੇਡਾ, ਅਮਰੀਕਾ, ਯੂਕੇ, ਦੁਬਈ ਜਾਂ ਨਿਊਜ਼ੀਲੈਂਡ ਵੱਖ ਥਾਵਾਂ ਤੋਂ ਸਾਨੂੰ ਉੱਥੇ ਪਹੁੰਚੇ ਹੈ, ਭਾਵੇਂ 10 ਕਿਸੇ ਨੇ ਭੇਜੇ, ਭਾਵੇਂ 5 ਭੇਜੇ, ਭਾਵੇਂ 50 ਭੇਜੇ, ਉੱਥੇ ਆਏ। ਤੇ ਅੱਜ ਤੁਸੀਂ ਸਾਰੇ ਹਲਕਿਆਂ ਵਿੱਚ ਹੀ ਸਾਡੇ ਅਕਾਲੀ ਦਲ ਦੇ ਵਰਕਰਾਂ ਨੇ ਇਸ ਦਰਦ ਨੂੰ ਲੈ ਕੇ ਜੋ ਤੁਰ ਪਏ ਹੈ ਕਿ ਜਿੱਥੇ ਕੁਆਰੰਟਾਈਨ ਹੋਏ ਮਰੀਜ਼ ਹੈ ਉਹਨਾਂ ਦੀ ਘਰ ਘਰ 'ਚ ਲੰਗਰ ਦੀ ਸੇਵਾ ਤੁਸੀਂ ਹੁਕਮ ਲਾਇਆ ਤੇ ਉਹ ਕਰ ਰਹੇ ਹੈ ਤੇ ਨਾਲ ਨਾਲ ਇਹ ਆਕਸੀਜਨ ਸਿਲੰਡਰ ਬਣ ਰਹੇ ਹੈ। ਮੈਂ ਸਮਝਦੀ ਹਾਂ ਕਿ ਬੜੀ ਵੱਡੀ ਅੱਜ ਮਨੁੱਖਤਾ ਦੀ ਸੇਵਾ, ਮਾਨਵਤਾ ਦੀ ਸੇਵਾ। ਇੱਕ ਤਾਂ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ, ਪੰਜਾਬ ਵਾਸੀਆਂ ਨੂੰ, ਕਿ ਪੋਲੀਟੀਕਲ ਰੰਗ ਨਾ ਦਿਆ ਕਰੋ। ਜਿੱਥੇ ਵੀ ਕਿਸੇ ਨੂੰ ਕੋਈ ਨੂੰ ਲੋੜ ਹੈ ਸਾਨੂੰ ਹੁਕਮ ਲਾਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਹੈ, ਪੰਥ ਤੁਹਾਡਾ ਹੈ, ਤੁਹਾਡੇ ਅਸੀਂ ਸੇਵਾਦਾਰ। ਕਿਤੇ ਵੀ ਲੋੜ ਹੈ ਸਾਨੂੰ ਹੁਕਮ ਲਾਓ। ਅਸੀਂ ਕਦੇ ਨਹੀਂ ਕਹਾਂਗੇ ਕਿ ਦੂਸਰੀ ਪਾਰਟੀ ਦਾ, ਕਿਹੜੀ ਪਾਰਟੀ ਦਾ, ਅਸੀਂ ਕਦੇ ਨਹੀਂ ਕਹਾਂਗੇ, ਕਿਉਂਕਿ ਗੁਰੂ ਘਰ ਸਭ ਦਾ ਸੱਚ ਹੈ। ਜਦੋਂ ਸੇਵਾ ਦੀ ਗੱਲ ਆਉਂਦੀ ਹੈ ਕੋਈ ਨਿੱਤਰ ਦਾ ਮੈਦਾਨ ਵਿੱਚ, ਬਾਦਲ ਸਾਹਿਬ ਅੱਜ ਦੇ ਸਮੇਂ 'ਚ ਹੁਣ ਤੇ ਥੋੜਾ ਖੁੱਲਣ ਲੱਗ ਪਿਆ। ਮੈਂ ਕਹਿੰਦੀ ਹਰ ਲੀਡਰ ਜਿਹੜਾ ਘਰਾਂ 'ਚ ਅੰਦਰ ਬੈਠ ਕੇ ਹਰ ਇੱਕ ਨੇ ਕਦੀ ਬਾਹਰ ਨਿਕਲ ਕੇ ਇਹ ਨਹੀਂ ਕੋਸ਼ਿਸ਼ ਕੀਤੀ ਕਿ ਲੋਕਾਂ ਚਾਹੀਏ, ਪਰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਦਿਨ ਰਾਤ ਇੱਕ ਕੀਤਾ ਹੋਇਆ ਤੇ ਲਗਾਤਾਰ, ਅਸੀਂ ਕਹੀਏ ਜਾਂ ਨਾ ਕਹੀਏ, ਤੁਸੀਂ ਮਹਿਸੂਸ ਕਰਦੇ ਹੋ ਕਿ ਹਰ ਸੇਵਾ ਵਿੱਚ ਮੈਂ ਜਾ ਕੇ ਆਪਣਾ ਯੋਗਦਾਨ ਪਾਵਾਂ। ਇਹ ਤੁਹਾਡਾ ਥਾਪੜਾ, ਤੁਹਾਡੀ ਸ਼ਾਬਾਸ਼ ਅੱਜ ਪਾਰਟੀ ਵਾਸਤੇ, ਪਾਰਟੀ ਦੇ ਵਰਕਰਾਂ ਵਾਸਤੇ, ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵਾਸਤੇ ਬਹੁਤ ਵੱਡੀ ਇੱਕ ਆਸ਼ੀਰਵਾਦ ਸਮਝੀ ਜਾਂਦੀ ਹੈ। ਅੱਜ ਵੈਕਸੀਨ ਦੀ ਗੱਲ ਆਈ, ਅਸੀਂ ਬੜਾ ਜ਼ੋਰ ਲਾਇਆ। ਪਹਿਲਾਂ ਅਸੀਂ ਲਾ ਬੈਠੇ ਸਾਂ, ਕੋਵਿਸ਼ੀਲਡ ਦੇ ਸਾਰੇ ਇੰਜੈਕਸ਼ਨ ਲੱਗ ਗਏ, ਬਾਅਦ ਸਾਨੂੰ ਮਿਲ ਨਹੀਂ ਸੀ ਰਹੀ। ਸਰਕਾਰ ਵੀ ਹੱਥ ਖੜੇ ਕਰ ਗਈ। ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਨੂੰ ਬਾਹਰੋਂ ਲਿਆਉਣ ਦੀ ਇਜਾਜ਼ਤ ਦਿੱਤੀ ਜਾਵੇ। ਅਮਰੀਕਾ ਤੋਂ ਅਸੀਂ ਫਾਈਜ਼ਰ ਲਿਆਉਣਾ ਚਾਹੁੰਦੇ ਹਾਂ, ਜਿੰਨਾ ਮਰਜ਼ੀ ਖਰਚ ਹੋ ਜਾਏ ਅਸੀਂ ਲਿਆਵਾਂਗੇ, ਲੇਕਿਨ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ। ਤੁਹਾਡਾ ਮੈਂ ਧੰਨਵਾਦ ਕਰਦੀ ਪ੍ਰਧਾਨ ਸਾਹਿਬ। ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਕਿਹਨੂੰ ਤਰਲਾ ਪਾਇਆ, ਕਿੱਥੇ ਅਪਰੋਚ ਕੀਤੀ। ਤੁਹਾਡਾ ਬਹੁਤ ਵੱਡਾ ਦਾਇਰਾ ਭਾਰਤ ਸਰਕਾਰ 'ਚ ਤੁਸੀਂ ਬੜੀਆਂ ਵੱਡੀਆਂ ਸੇਵਾਵਾਂ ਕੀਤੀਆਂ, ਪੰਜਾਬ ਸਰਕਾਰ 'ਚ ਕੀਤੀਆਂ, ਔਰ ਲੰਬੇ ਸਮੇਂ ਤੋਂ ਪੰਜਾਬ ਦੇ ਲੋਕਾਂ ਦਾ ਦਰਦ ਪਛਾਣਦੇ ਆ ਰਹੇ ਹੋ। ਤੁਸੀਂ ਜੋ ਸਾਨੂੰ ਕੋਵੈਕਸਿਨ ਦਾ ਵੀ ਪ੍ਰਬੰਧ ਕਰਕੇ ਦਿੱਤਾ, ਤੁਹਾਡਾ ਇਸ ਗੱਲ ਦਾ ਵੀ ਧੰਨਵਾਦ। ਔਰ ਇਹ ਵੀ ਹੈ ਕਿ ਅਸੀਂ ਐਲਾਨ ਕੀਤਾ ਹੋਇਆ ਵੀ 1 ਵੀ ਰੁਪਈਆ ਕਿਸੇ ਵੀ ਸੇਵਾ ਵਿੱਚ
ਜਿਹੜਾ ਅਸੀਂ ਨਹੀਂ ਮੰਗਾਂਗੇ। ਉਹ ਵੱਖਰੀ ਗੱਲ ਹੈ ਕਿ ਸੰਗਤਾਂ ਸੇਵਾ ਕਰਦੀਆਂ, ਔਰ ਮੈਂ ਬੇਨਤੀ ਵੀ ਕਰਾਂਗੀ ਸੰਗਤਾਂ ਨੂੰ ਕਿ ਸੇਵਾ ਜਿਹੜੀ ਹੁੰਦੀ ਹੈ ਸਾਂਝੇ ਤੌਰ ਤੇ ਕੀਤੀ ਜਾਂਦੀ ਹੈ। ਜੋ ਤੁਸੀਂ ਉੱਥੇ ਸ਼ਰਧਾ ਸਤਿਕਾਰ ਦੇ ਨਾਲ ਮੱਥਾ ਟੇਕਦੇ ਹੋ, ਉਹ ਤੁਹਾਡਾ ਟੇਕਿਆ ਹੋਇਆ ਮੱਥਾ ਹੀ ਅਸੀਂ ਜਿਹੜਾ ਸੰਗਤਾਂ ਵਿੱਚ ਵੰਡਦੇ ਹਾਂ, ਤਾਂ ਜੋ ਤੁਹਾਡੀ ਸੇਵਾ ਸਫਲ ਹੋਵੇ। ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਜੇ ਅੱਜ ਡੈਡੀਕੇਸ਼ਨ ਦੇ ਨਾਲ ਪੂਰਾ ਸਟਾਫ ਲੱਗਾ ਹੋਇਆ, ਉਹ ਰਾਮਦਾਸ ਮੈਡੀਕਲ ਹਸਪਤਾਲ ਦਾ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵੀਰਾਂ ਦਾ, ਭੈਣ ਭਰਾਵਾਂ ਦਾ, ਪੰਥਕ ਤੌਰ ਤੇ ਤੁਸੀਂ ਸਮਾਜ ਸੇਵੀ ਸੰਸਥਾਵਾਂ ਦਾ ਜੇ ਲੱਗੇ ਹੈ ਤੇ ਫਿਰ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਦਾ ਮਨ ਮੰਨੇ। ਇਹ ਤੇ ਗੁਰੂ ਦਾ ਮਨ ਮੰਨ ਜਾਵੇ ਤੇ ਗੁਰੂ ਪਾਤਸ਼ਾਹ ਕਿਰਪਾ ਕਰੇ ਕਿ ਜਦ ਸਤਿਗੁਰੂ ਦਾ ਮਨ ਮੰਨਿਆ ਤਾਂ ਪਾਪ ਸੰਭਲ ਪੰਨੇ, ਇਹ ਸਾਰੇ ਦੁੱਖ ਦੂਰ ਹੋ ਜਾਣ। ਗੁਰੂ ਰਾਮਦਾਸ ਕਿਰਪਾ ਕਰੇ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ, ਕਿਉਂਕਿ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਜਿੰਨੀਆਂ ਤਕਲੀਫਾਂ ਚੋਂ ਨਿਕਲੇ ਹੈ, ਪੂਰਾ ਪਰਿਵਾਰ ਕਰੋਨਾ ਪੀੜਤ ਹੋ ਗਿਆ ਸੀ ਔਰ ਪੂਰੇ ਪਰਿਵਾਰ ਦੀਆਂ ਤਕਲੀਫਾਂ ਵੀ ਚੱਲੀਆਂ। ਜਿਹਨੂੰ ਜਿਸ ਤਰ੍ਹਾਂ ਲਾਗੇ ਸੋ ਤਨ ਜਾਣੇ, ਜਿਹਨਾਂ ਨੇ ਆਪ ਚੱਲਿਆ ਹੋਵੇ ਉਹਨੂੰ ਪਤਾ ਹੁੰਦਾ ਕਿ ਲੋਕਾਂ ਦਾ ਦਰਦ ਕੀ ਹੈ, ਪੀੜਾ ਕੀ ਹੈ। ਤਾਂ ਕਰਕੇ ਅੱਜ ਹਲਕੇ ਵਿੱਚ ਵੀ, ਜ਼ਿਲ੍ਹੇ ਦੇ ਵਿੱਚ ਵੀ ਇਹ ਸਾਰਾ ਜਾਲ ਵਿਛਾ ਰਹੇ ਹੈ। ਮੈਂ ਜਿਹਨਾਂ ਸੰਗਤਾਂ ਨੇ, ਜਿਹੜਾ ਪਿਆਰੇ ਨੇ ਡਾਕਟਰ ਸਾਹਿਬ ਨੇ ਇਹ ਸੇਵਾ ਵਿੱਚ ਵੀ ਹਿੱਸਾ ਪਾਇਆ, ਇਹ ਦੇਣ ਵਾਸਤੇ ਕੰਸੈਂਟਰੇਟਰ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਇਸੇ ਤਰ੍ਹਾਂ ਸਾਰੇ ਸਹਿਯੋਗੀ ਬਣੋ, ਤੁਹਾਡੀ ਸੇਵਾ ਜਿਹੜੀ ਹੈ ਇਹ ਤੁਹਾਡੀਆਂ ਸੰਸਥਾਵਾਂ ਕਰਦੀਆਂ ਰਹਿ ਸਕਣ। ਬਹੁਤ ਵਧਾਈਆਂ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਚੰਦ ਸਰ। ਦੋ ਬੰਦਿਆਂ ਦਾ ਧੰਨਵਾਦ ਦਾ ਮੈਂ ਬੜਾ ਧੰਨਵਾਦੀ ਹਾਂ। ਮੇਰੇ ਲਈ ਜ਼ਰੂਰੀ ਹੈ ਜੀ ਉਹਨਾਂ ਦੇ ਨਾਮ ਲੈਣੇ। ਸਤਿਕਾਰਯੋਗ ਡਾਕਟਰ ਧਨਵੰਤ ਸਿੰਘ ਜੀ ਪਟਿਆਲੇ ਦੇ ਬੜੇ ਮਸ਼ਹੂਰ ਡਾਕਟਰ ਹੈ, ਜਿਨ੍ਹਾਂ ਦੇ ਲੜਕੇ ਇੱਥੇ ਆਏ ਆ, ਜਿਨ੍ਹਾਂ ਨੇ ਕੌਨਸੈਂਟਰੇਟਰ ਡੋਨੇਟ ਕੀਤੇ ਆ। ਸਿੱਧੂ ਸਾਹਿਬ ਉਹਨਾਂ ਦੇ ਸਾਥੀ USA ਤੋਂ, ਔਰ ਸਾਡੇ ਬਹੁਤ ਹੀ ਵੱਡੇ ਇੰਡਸਟਰੀਅਲਿਸਟ ਨੇ ਨਿਖਿਲ ਕਿਲਾਚੰਦ ਦੁਬਈ ਤੋਂ, ਉਹਨਾਂ ਨੇ ਵੀ 40 ਕੌਨਸੈਂਟਰੇਟਰ ਇੱਥੇ ਪੰਜਾਬੀਆਂ ਦੀ ਸੇਵਾ ਵਾਸਤੇ, ਔਰ ਜੋ ਵਧੀਆ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੇਵਾ ਸੰਸਥਾਵਾਂ ਕਰਦੀਆਂ ਨੇ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਮਜੀਠੇ ਸਮੁੱਚੇ ਹਲਕੇ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਬੇਨਤੀ ਕਰਦਾ। ਅੱਜ ਅਸੀਂ ਹੁਣੇ ਕੱਥੂ ਨਗਲ ਪਿੰਡ 10ਵਾਂ SGPC ਦਾ ਕੋਵਿਡ ਸੈਂਟਰ ਦੀ ਸ਼ੁਰੂਆਤ ਕਰਕੇ ਆਏ ਹਾਂ। ਬੜੇ ਕੋਵਿਡ ਸੈਂਟਰ ਬਾਰੇ ਬੜੇ ਵਿਸਤਾਰ ਨਾਲ ਮਜੀਠੀਆ ਸਾਹਿਬ ਨੇ ਦੱਸ ਦਿੱਤਾ ਹੈ ਤੇ ਮਜੀਠੀਆ ਸਾਹਿਬ ਨੇ ਕਾਫੀ ਗੱਲ ਦੱਸੀ ਹੈ ਕਿ ਇੱਕ ਤਾਂ ਕੋਵਿਡ ਸੈਂਟਰ ਇੱਥੇ, ਇੱਕ ਘਰ ਘਰ ਆਕਸੀਜਨ ਦੀ ਸੇਵਾ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਕੀਤੀ ਹੈ, ਉਹ ਵੀ ਇਹਨਾਂ ਨੇ ਆਪਣੇ ਹਲਕੇ ਸ਼ੁਰੂ ਕਰ ਦਿੱਤੀ ਹੈ। ਇੱਥੇ ਤਕਰੀਬਨ 20 ਮਸ਼ੀਨਾਂ ਘਰ ਘਰ ਭੇਜੀਆਂ ਜਾਣਗੀਆਂ ਜਿੱਥੇ ਕਿਸੇ ਨੂੰ ਲੋੜ ਹੈ। ਆ ਸਾਰਾ ਕੰਮ ਪਿਛਲੇ 15-20 ਦਿਨਾਂ 'ਚ ਮੈਂ ਵਧਾਈ ਦੇਣਾ ਚਾਹੁੰਦਾ ਬੀਬੀ ਜਗੀਰ ਕੌਰ ਜੀ ਨੂੰ, SGPC ਨੂੰ। 15-20 ਦਿਨਾਂ 'ਚ ਅਸੀਂ ਕੋਈ 10 ਕੋਵਿਡ ਸੈਂਟਰ ਖੋਲ੍ਹ ਚੁੱਕੇ ਹਾਂ। ਤਕਰੀਬਨ ਅੱਜ ਤੱਕ ਦੇਖ ਰਿਹਾ ਸੀ 800-900 ਮਰੀਜ਼ ਤਕਰੀਬਨ ਠੀਕ ਹੋ ਕੇ ਚਲੇ ਵੀ ਗਏ ਹੈ ਤੇ ਬਹੁਤ ਵਧੀਆ ਇੰਤਜ਼ਾਮ SGPC ਨੇ ਕੀਤਾ ਹੈ। ਮੈਂ ਵਧਾਈ ਦੇਣਾ ਚਾਹੁੰਦਾ। ਅੱਜ ਜਿਹੜੀ ਹਾਲਾਤ ਮਜੀਠੀਆ ਸਾਹਿਬ ਨੇ ਹੁਣੀ ਜ਼ਿਕਰ ਕੀਤਾ ਹੈ, ਮੇਰੇ ਸਾਹਮਣੇ ਪਿੱਛੇ ਹੀ ਹੈ ਪਰਿਵਾਰ ਸਵਿੰਦਰ ਸਿੰਘ ਜੀ, ਸਰ ਸਵਿੰਦਰ ਸਿੰਘ ਨਾਲ ਦਾ ਹੀ ਪਿੰਡ ਹੈ, ਚਵਿੰਡਾ ਦੇ ਵੀ ਪਿੰਡ ਹੈ। ਇਹਨਾਂ ਦਾ ਲੜਕਾ ਹੈ, ਉਹਨਾਂ ਦਾ ਲੜਕਾ ਨਾਲ ਮੇਰੇ ਪਿੱਛੇ ਖੜਾ ਹੈ। 21 ਲੱਖ ਰੁਪਇਆ ਅਮਨਦੀਪ ਹਸਪਤਾਲ, ਅਮਨਦੀਪ ਹਸਪਤਾਲ ਅੰਮ੍ਰਿਤਸਰ ਹੈ। 21 ਲੱਖ ਰੁਪਇਆ ਇਹਨਾਂ ਤੋਂ ਵਸੂਲਿਆ ਕੋਵਿਡ ਵਾਸਤੇ। ਦੇਖੋ 21 ਲੱਖ, 10 ਲੱਖ, 20 ਲੱਖ, 21 ਲੱਖ ਲੋਕੀ ਦੇ ਕੇ ਐਂਡ ਉਹਦੇ ਬਾਅਦ ਵੀ ਜਾਨ ਚਲੀ ਜਾਏ। ਦੇਖੋ ਕਿੰਨੀ ਵੱਡੀ ਲੁੱਟ ਪ੍ਰਾਈਵੇਟ ਹਸਪਤਾਲ ਕਰ ਰਿਹਾ ਕੋਈ। ਸੋ ਇਸ ਕਰਕੇ ਮੈਂ ਮੁੱਖ ਮੰਤਰੀ ਨੂੰ ਮੈਂ ਹੈਰਾਨ ਹਾਂ ਪੰਜਾਬ ਸਰਕਾਰ ਤੇ। ਪਿਛਲੇ 10-15 ਦਿਨ 20 ਦਿਨ ਹੋ ਗਏ ਮੈਂ ਲਗਾਤਾਰ ਆਈ ਬੇਨਤੀ ਕਰਨਾ ਚਾਹੁੰਦਾ ਹੈ, ਕੋਈ ਸਿਸਟਮ ਲਿਆਓ, ਕੋਈ ਕੰਟਰੋਲ ਸਿਸਟਮ ਲਿਆਓ, ਕੋਈ ਪੈਸੇ ਫਿਕਸ ਕਰੋ ਜਿੱਥੇ ਆਮ ਜਨਤਾ ਵੀ ਉੱਥੇ ਹਸਪਤਾਲ ਜਾ ਕੇ ਇਲਾਜ ਕਰਾ ਸਕੇ। ਪਰ ਕੋਈ ਨਹੀਂ, ਨਾ ਡਾਕਟਰਾਂ ਦਾ ਇੰਤਜ਼ਾਮ ਹੈ, ਨਾ ਦਵਾਈਆਂ ਦਾ ਇੰਤਜ਼ਾਮ ਹੈ। 60-60 ਹਜ਼ਾਰ ਦੇ ਟੀਕੇ ਇੰਜੈਕਸ਼ਨ ਮਿਲ ਰਹੇ ਆ, ਬਲੈਕ ਵਿੱਚ ਲੋਕੀ ਲੈ ਰਹੇ ਆ ਆਪਣੀ ਜਾਨ ਬਚਾਉਣ ਵਾਸਤੇ। ਦਵਾਈਆਂ ਨਹੀਂ ਮਿਲ ਰਹੀਆਂ। ਆਕਸੀਜਨ ਜੇ ਤਕਰੀਬਨ 500 ਆਕਸੀਜਨ ਦੀ ਮਸ਼ੀਨਾਂ ਕਨਸੈਂਟਰੇਟਰ ਸ਼੍ਰੋਮਣੀ ਅਕਾਲੀ ਦਲ ਨੇ ਇਕੱਠੀਆਂ ਕਰਕੇ ਅੱਜ ਘਰ ਘਰ ਸੇਵਾ ਸ਼ੁਰੂ ਕੀਤੀ ਹੈ। ਜੇ ਅਸੀਂ 500 ਕਰ ਸਕਦੇ ਹਾਂ, ਪੰਜਾਬ ਸਰਕਾਰ ਤਾਂ 5000 ਮਿੰਟਾਂ 'ਚ ਕਰ ਸਕਦੀ ਹੈ, 10,000 ਕਰ ਸਕਦੀ ਹੈ।
ਅੱਜ 13,000 14,000 ਜਾਨਾਂ ਗਈਆਂ ਹੈ। ਵੱਡੀ ਕਾਰਨ ਉਹਨਾਂ ਜਾਨਾਂ ਜਾਣ ਦਾ ਹੈ ਕਿ ਆਕਸੀਜਨ ਨਹੀਂ ਮਿਲੀ ਉਹਨਾਂ ਨੂੰ। ਜੇ ਪੰਜਾਬ ਸਰਕਾਰ ਚਾਹੁੰਦੀ ਤੇ ਇਹ ਜਾਨਾਂ ਬਚ ਸਕਦੀਆਂ ਸੀ, ਪਰ ਆਪਾਂ ਨੂੰ ਇਹੋ ਜਿਹਾ ਨਿਕੰਮਾ ਮੁੱਖ ਮੰਤਰੀ ਮਿਲਿਆ ਜਿਹਨੂੰ ਕੋਈ ਪਰਵਾਹ ਤੇ ਫਿਕਰ ਨਹੀਂ। ਮੈਂ ਹੈਰਾਨ ਹਾਂ, ਪਿਛਲੇ 20 ਦਿਨ ਮੈਂ ਉਹਨਾਂ ਦਾ ਬਿਆਨ ਵੀ ਨਹੀਂ ਸੁਣਿਆ। ਇਹਨਾਂ ਦੇ ਕਾਂਗਰਸ ਪ੍ਰਧਾਨ ਜਾਖੜ ਦਾ ਵੀ ਬਿਆਨ ਸੁਣਿਆ, ਇਹਨਾਂ ਦੇ ਮੰਤਰੀਆਂ ਦਾ ਬਿਆਨ ਵੀ ਨਹੀਂ ਸੁਣਿਆ ਕਿ ਉਹ ਕੀ ਕਰ ਰਹੇ ਆ, ਕੀ ਉਹਨਾਂ ਦਾ ਕਿਵੇਂ ਇਲਾਜ ਦਾ ਪ੍ਰਬੰਧ ਕਰਨਗੇ, ਕਿਵੇਂ ਵੈਕਸੀਨ ਲੈ ਕੇ ਆਉਣਗੇ। ਕਿਸੇ ਨੂੰ ਕੋਈ ਪਤਾ ਨਹੀਂ ਪੰਜਾਬੀਆਂ ਨੂੰ ਕਿ ਕਿਵੇਂ ਕੌਣ ਦੇਖੂਗਾ ਸਾਨੂੰ। ਮੁੱਖ ਮੰਤਰੀ ਸੂਬੇ ਦਾ ਉਹ ਅਗਵਾਈ ਕਰਦਾ ਹੈ। ਜਦੋਂ ਤੱਕ ਮੁੱਖ ਮੰਤਰੀ ਆਪ ਨਾ ਅਗਵਾਈ ਕਰੇ ਤਾਂ ਜਨਤਾ ਦੇ ਵਿਸ਼ਵਾਸ ਪੂਰੇ ਸਰਕਾਰ ਤੇ ਖਤਮ ਹੋ ਜਾਂਦਾ ਹੈ। ਤਾਂ ਇਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਸਮਝੀ। ਮੈਂ ਅੱਜ ਸਾਰੀ ਜਿੰਨੀਆਂ ਸੰਸਥਾ ਹੈਗੀਆਂ, NGOs ਹੈਗੀਆਂ, ਸਾਰਿਆਂ ਨੂੰ ਬੇਨਤੀ ਕਰਨਾ ਕਿ ਸਰਕਾਰ ਦਾ ਭਰੋਸਾ ਹੁਣ ਖਤਮ ਹੋ ਗਿਆ। ਆਪਾਂ ਸਾਰੇ ਇਕੱਠੇ ਹੋਈਏ, ਜਿਹਦਾ ਜਿੰਨੇ ਸਾਧਨ ਹੈ ਸਾਧਨ ਕਰਕੇ ਆਪਾਂ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਬਚਾਈਏ। ਅੱਜ ਖੁਸ਼ੀ ਹੈ ਕਿ SGPC ਨੇ ਵੈਕਸੀਨ ਸੇਵਾ ਵੀ ਸ਼ੁਰੂ ਕੀਤੀ ਹੈ। ਅੱਜ ਤਕਰੀਬਨ ਕਾਫੀ ਲੋਕਾਂ ਨੂੰ ਮੈਂ ਜੋ ਸ਼ੁਰੂ ਕੀਤੀ, ਮੈਂ ਦੇਖਿਆ ਬਹੁਤ ਗਰੀਬ ਲੋਕ ਆਏ ਇੰਜੈਕਸ਼ਨ ਲਵਾਉਣ ਵਾਸਤੇ ਆਏ। ਅੱਜ ਸੇਵਾ ਵੈਕਸੀਨ ਦੀ ਲਗਾਤਾਰ ਚੱਲਦੀ ਰਹੂਗੀ। ਮੈਂ ਧੰਨਵਾਦੀ ਹਾਂ ਬੀਬੀ ਜਗੀਰ ਕੌਰ ਦਾ, SGPC ਦਾ, ਜਿਹਨੇ ਆ ਬਹੁਤ ਵਧੀਆ ਉਪਰਾਲਾ ਕੀਤਾ ਹੈ। ਤੇ ਮੈਂ ਮਜੀਠੀਆ ਸਾਹਿਬ ਨੂੰ ਫਿਰ ਤੋਂ ਵਧਾਈ ਦੇਣਾ ਹੈ। ਬਹੁਤ ਵਧੀਆ ਸੈਂਟਰ ਇੱਥੇ ਉਹਨਾਂ ਨੇ ਖੋਲ੍ਹਿਆ। ਬਹੁਤ ਬਹੁਤ ਧੰਨਵਾਦ। ਜਿਹੜੇ ਬਾਰਡਰ ਦੇ ਪਿੰਡ ਨੇ, ਜਿਹੜੇ ਤੁਸੀਂ ਫਿਰੋਜ਼ਪੁਰ ਦੀ ਜੁੜੇ ਹੋ, ਜਿਹੜੇ ਬਾਰਡਰ ਦੇ ਪਿੰਡ ਨੇ, ਇਹਨਾਂ ਦੇ ਇੰਨੇ ਬੁਰੇ ਹਾਲਤ ਨਹੀਂ ਉੱਥੇ ਕਿ 5-5 ਪਿੰਡਾਂ ਨੂੰ ਇੱਕ ਸਬ ਸੈਂਟਰ ਮਿਲਦਾ ਜੀ। ਚਲੋ ਸਰਕਾਰ ਦਾ ਤਾਂ ਕੋਈ ਉੱਥੇ ਅੱਪੜਦਾ ਨਹੀਂ ਹੈ ਜੀ। ਉੱਥੇ ਉਸ ਪਾਸੇ ਇਹਦੇ ਪਿੰਡ ਸੜਕ ਦੇ ਉੱਤੇ ਲੱਗਦੇ ਨੇ, ਉਹਨਾਂ ਪਿੰਡਾਂ ਦੀ ਕੋਈ ਆਵਾਜ਼, ਉਹਨਾਂ ਦੀ ਕੋਈ। ਮੈਂ ਉਹੀ ਕਹਿ ਰਿਹਾ, ਜੇ ਮੈਂ ਆਪਣੇ ਹਲਕਾ ਲੀਡਰਾਂ ਨੂੰ ਕਿਹਾ ਹੈ, ਖਾਸ ਕਰਕੇ ਬਾਰਡਰ ਵਾਲੇ ਨੂੰ, ਤੁਸੀਂ ਆ ਆਕਸੀਜਨ ਦੀਆਂ ਮਸ਼ੀਨਾਂ ਦਾ ਪ੍ਰਬੰਧ ਕਰਕੇ ਆਪਾਂ ਉਹਨਾਂ ਪਿੰਡਾਂ 'ਚ ਭੇਜੀਏ। ਤੁਸੀਂ ਦੇਖ ਲਓ ਤਕਰੀਬਨ ਹੁਣ 25 ਹਲਕੇ ਹੋ ਗਏ ਜਿੱਥੇ ਅਸੀਂ ਮਸ਼ੀਨਾਂ ਦਾ ਪ੍ਰਬੰਧ ਘਰ ਘਰ ਆਕਸੀਜਨ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਮੈਂ ਆਪ ਬਾਰਡਰ ਦੇ ਇਲਾਕੇ ਦਾ, ਉੱਥੇ ਬਹੁਤ ਪਿੰਡਾਂ ਵਿੱਚ ਕੋਵਿਡ ਫੈਲਿਆ ਪਿਆ, ਕੋਈ ਸਾਧਨ ਨਹੀਂ ਹੈ। ਤੇ ਮੈਂ ਜਿੰਨੀਆਂ ਮਸ਼ੀਨਾਂ ਭੇਜੀਆਂ ਜੀ ਸਾਰੀਆਂ ਲੱਗ ਗਈਆਂ ਇੱਕਦਮ। ਮੈਂ ਹੁਣ ਹੋਰ ਮਸ਼ੀਨਾਂ ਭੇਜ ਰਿਹਾ ਉੱਥੇ। ਸਰਕਾਰ ਤਾਂ ਹੈ ਹੀ ਨਹੀਂ। ਪੂਰੇ ਹਿੰਦੁਸਤਾਨ 'ਚ ਪੰਜਾਬ ਦਾ ਡੈਥ ਰੇਟ ਸਾਰੇ ਸੂਬੇ ਨਾਲੋਂ, ਹਿੰਦੁਸਤਾਨ ਸਾਰੀ ਸਟੇਟਾਂ ਨਾਲੋਂ ਜ਼ਿਆਦਾ ਹੈ। ਸਾਰੀ ਸਟੇਟਾਂ ਦੇ ਮੁੱਖ ਮੰਤਰੀਆਂ ਨੇ ਇੰਜੈਕਸ਼ਨਾਂ ਦਾ ਵੀ ਇੰਤਜ਼ਾਮ ਕਰ ਲਿਆ, ਹਸਪਤਾਲਾਂ ਦਾ ਵੀ ਇੰਤਜ਼ਾਮ ਕਰ ਲਿਆ, ਆਪਣਾ ਵੈਂਟੀਲੇਟਰ ਦਾ ਵੀ ਇੰਤਜ਼ਾਮ ਕਰ ਲਿਆ, ਪਰ ਆਪਣੇ ਮੁੱਖ ਮੰਤਰੀ ਨੇ ਕੋਈ ਇੰਤਜ਼ਾਮ ਨਹੀਂ ਕੀਤਾ। ਸੀਨੀਅਰ ਕਾਉਂਸਲਰ ਦੀ ਅਸੀਂ ਸੈਕਟਰੀ ਨੂੰ ਜਿੱਥੇ ਅਸੀਂ ਸਰਕਾਰ ਦੀ ਕਾਰਜਕਾਰੀ ਤੇ ਸਵਾਲ ਚੱਕੀ, ਉੱਥੇ ਸਾਰਿਆਂ ਨੂੰ ਪਾਰਟੀ ਵਾਜੀ ਤੋਂ ਉੱਠ ਕੇ ਉਹਨਾਂ ਦੇ ਪੀੜਤਾਂ ਦੀ ਸੇਵਾ ਕਰਨ ਦੀ ਬੁਰੀ ਗੱਲ ਆਖੀ। ਕਿਹਨੇ ਕਹੀ ਹੈ? ਮੈਂ ਅਸ਼ਵਨੀ ਸੇਖੀ ਦੀ ਮੈਂ ਭਾਸ਼ਣ ਸੁਣਿਆ, ਮੈਂ ਉਹਦਾ ਵਧਾਈ ਦੇਣਾ ਚਾਹੁੰਦਾ। ਬਹੁਤ ਵਧੀਆ ਗੱਲ ਉਹਨਾਂ ਨੇ ਕੀਤੀ, ਪਰ ਮੈਨੂੰ ਉਦੋਂ ਬੜਾ ਦੁੱਖ ਲੱਗਿਆ ਜਦੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬੇਨਤੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਉਹ ਸੇਵਾ ਕਰਨਾ ਚਾਹੁੰਦੇ ਆ, ਤੇ ਮੁੱਖ ਮੰਤਰੀ ਨੇ ਆਪਣੇ ਸੀਨੀਅਰ ਲੀਡਰ ਦੀ ਮਤਲਬ ਦਾ ਇੱਕ ਵਾਰ ਟੈਲੀਫੋਨ ਕਰਕੇ ਗੱਲ ਵੀ ਨਹੀਂ ਸੁਣਨ ਦੀ ਕੋਸ਼ਿਸ਼ ਕੀਤੀ। ਇਹ ਜੇ ਮਤਲਬ ਦਾ ਨਿਕੰਮਾ ਮੁੱਖ ਮੰਤਰੀ, ਤੇ ਮੈਂ ਹੈਰਾਨ ਹੈ ਕਿ ਹੁਣ ਤਾਂ ਚਲੋ 4 ਮਹੀਨੇ ਰਹਿ ਕੇ ਝੱਲਣਾ ਪੈਣਾ, ਪਰ ਪੰਜਾਬ ਨੂੰ ਪਿੱਛੇ ਸਿੱਟ ਦਿੱਤਾ। ਪਤਾ ਨਹੀਂ ਹੈ ਕਿ ਸਰਕਾਰ ਕੁਝ ਕਰਨਾ ਨਹੀਂ ਚਾਹੁੰਦੀ। ਦੋ ਚੀਜ਼ਾਂ ਨੇ, ਦਰਦ ਨਹੀਂ, ਤੁਹਾਨੂੰ ਜਜ਼ਬਾ ਚਾਹੀਦਾ, ਦਰ ਚਾਹੀਦਾ ਹੈ, ਹਿੰਮਤ ਚਾਹੀਦੀ ਹੈ। ਜਿਹੜਾ ਮੁੱਖ ਮੰਤਰੀ 4.5 ਸਾਲ ਨਹੀਂ ਲੱਭਿਆ, ਦਿਖਿਆ ਹੀ ਨਹੀਂ, ਉਹ ਤਾਂ ਉਹਨੇ ਸੋਚ ਰਿਹਾ ਕਿ ਮੈਂ 6 ਮਹੀਨੇ ਰਹਿ ਗਏ, ਮੈਂ 6 ਮਹੀਨੇ ਟਪਾਉਣੇ ਆ। ਨੀਅਤ ਨਹੀਂ ਹੈ ਸਰਕਾਰ ਦੀ, ਕੋਈ ਨੀਅਤ ਨਹੀਂ ਹੈ। ਤੁਸੀਂ ਮੈਨੂੰ ਇੱਕ ਕਾਂਗਰਸ ਦਾ ਮੰਤਰੀ, ਜਿਹੜਾ ਮੁੱਖ ਮੰਤਰੀ ਨਹੀਂ ਨਿਕਲ ਰਿਹਾ, ਮੰਤਰੀ ਦੱਸੋ ਕਿਸੇ ਹਸਪਤਾਲ 'ਚ ਗਿਆ ਹੋਵੇ। ਤੁਸੀਂ ਵੈਕਸੀਨੇਸ਼ਨ ਦਾ ਪ੍ਰਬੰਧ ਕਰ ਲਿਆ, ਤੁਸੀਂ ਵੈਕਸੀਨੇਸ਼ਨ ਡਰਾਈਵ ਚਲਾ ਲਈ ਹੈ। ਪੰਜਾਬ ਸਰਕਾਰ ਕਹਿ ਰਹੀ ਸਾਨੂੰ ਜੀ ਕੇਂਦਰ ਸਰਕਾਰ ਦੀ ਵੈਕਸੀਨੇਸ਼ਨ ਦੇ ਰਹੀ, ਭਾਵੇਂ ਦੂਜੇ ਹੋਵੇ ਜਾਂ ਬਾਰਡਰ ਨਾ ਹੋਵੇ। ਤੁਸੀਂ ਅਰੇਂਜਮੈਂਟ ਕਰਨਾ, ਸਰਕਾਰ ਕਹਿ ਰਹੀ। ਸਰਕਾਰ ਪੈਸੇ ਨਹੀਂ ਕੱਢ ਰਹੀ ਆਪਣੇ ਖਜ਼ਾਨੇ 'ਚੋਂ। ਪੈਸੇ ਕੱਢਣ ਦੇ ਮੈਨੂੰ ਹਦਾਇਤ ਕਰ ਦੇਣ ਮੁੱਖ ਮੰਤਰੀ ਕਿ ਇੰਤਜ਼ਾਮ ਕਰ ਦਿਓ, ਅਸੀਂ ਕਰਾ ਦਾਂਗੇ। ਪਰ ਸਰਕਾਰ ਕਹਿੰਦੀ 69 ਲੱਖ ਲੋਕਾਂ ਨੂੰ ਕੱਲ੍ਹ ਹੀ ਫਾਇਦਾ ਦਿੱਤਾ ਬੱਤੀ ਦੇ ਬਿੱਲ ਘਟਾ ਕੇ। ਇੱਕ ਮੈਂ ਤੈਨੂੰ ਹੋਰ ਗੱਲ ਕਹਿਣਾ ਚਾਹਣਾ ਹੈ, ਆ ਜਿਹੜਾ ਕਿਹਾ ਨਾ ਬੱਤੀ ਦੇ ਬਿੱਲ, ਬਿਜਲੀ ਦੇ ਬਿੱਲ ਘਟਾਏ ਹੈ, ਆ ਇੱਕ ਡਰਾਮਾ ਕੀਤਾ ਹੈ। ਜੇ ਤੁਸੀਂ ਥੱਲੇ ਪੜੋ ਆਰਡਰ ਦੇ, ਕਹਿੰਦਾ ਜਿਹਦਾ 2 ਕਿਲੋਵਾਟ ਤੋਂ ਘੱਟ ਕਨੈਕਸ਼ਨ ਹੋਊਗਾ, 200 ਯੂਨਿਟ ਤੋਂ ਘੱਟ ਉਹਦੀ ਲਾਗਤ ਹੋਊਗੀ, ਉਹਨੂੰ 1 ਰੁਪਇਆ ਘਟਾਇਆ। ਉਹ ਤਾਂ ਪਹਿਲੇ ਹੀ ਮੁਫਤ ਹੈ।
200 ਯੂਨਿਟ ਤਾਂ ਅਸੀਂ ਮੁਫਤ ਕਰਕੇ ਗਏ ਸੀ, ਫਿਰ ਘਟਾਇਆ ਕੀ ਹੈ? ਹਸਪਤਾਲਾਂ ਦਾ ਰੇਟ ਵਧਾਤਾ, ਇੰਡਸਟਰੀ ਦਾ ਰੇਟ ਵਧਾਤਾ, ਜਿਹੜੇ ਦੂਜੇ ਵੱਡੇ 2 ਕਿਲੋਵਾਟ ਤੋਂ ਵੱਧ ਉਹਨਾਂ ਰੇਟ ਵਧਾਤਾ, ਕਮਰਸ਼ੀਅਲ ਦੁਕਾਨਾਂ ਦਾ ਰੇਟ ਵਧਾਤਾ। ਸੋ ਇਹ ਤਾਂ ਧੋਖਾ ਤੇ ਧੋਖਾ ਦੇ ਜਾਂਦੀ ਹੈ। ਥੈਂਕ ਯੂ। ਮੈਂਬਰੀ ਕਮੇਟੀ ਬਣੀ ਹੈ ਜੀ, ਉਹ ਲੋਕ